जी आयां नूं प्यारे विद्यार्थियों, 12th क्लास दी इंग्लिश दी बुक A Rainbow of Life उसदा सैक्शन ए लैसन नंबर 3 थिंकिंग आउट ऑफ द बॉक्स लेटरल थिंकिंग। इस लैसन दी रीडिंग ਅਤੇ ਐਕਸਪਲੇਨੇਸ਼ਨ ਇਸ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ। ਸੋ ਇਸ ਲੈਸਨ ਦੀ ਰੀਡਿੰਗ ਐਕਸਪਲੇਨੇਸ਼ਨ ਅਸੀਂ ਦੋ ਕਿਸ਼ਤਾਂ ਵਿੱਚ ਕਰਾਂਗੇ। ਸੋ ਇਹ ਇਸ ਲੈਸਨ ਦੀ ਪਹਿਲੀ ਕਿਸ਼ਤ ਹੈਗੀ ਹੈ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ, ਨੋਟਬੁੱਕ ਅਤੇ ਪੈਨ ਕੋਲ ਰੱਖ ਲਓ ਤੇ ਜਿਹੜੇ ਸ਼ਬਦ ਆਣਗੇ ਜਿਨ੍ਹਾਂ ਦੇ ਅਰਥ ਤੁਹਾਨੂੰ ਨਹੀਂ ਪਤਾ ਉਹ ਅਰਥ ਦੱਸੇ ਜਾਣਗੇ, ਉਹ ਨਾਲ ਦੇ ਨਾਲ ਅਰਥ ਤੁਸੀਂ ਪੰਜਾਬੀ ਵਿੱਚ ਨੋਟ ਕਰ ਲੈਣੇ ਨੇ ਤੇ ਉਹਨਾਂ ਸ਼ਬਦਾਂ ਦੇ ਸਪੈਲਿੰਗ ਤੇ ਅਰਥਾਂ ਨੂੰ ਚੰਗੀ ਤਰ੍ਹਾਂ ਕੰਠ ਕਰ ਲੈਣਾ ਹੈ। ਸੋ ਆਓ ਸ਼ੁਰੂ ਕਰੀਏ। ਕਿ ਮੈਨੀ ਈਅਰਸ ਅਗੋ ਅਰਥਾਤ ਬਹੁਤ ਸਾਲ ਪਹਿਲਾਂ ਇਨ ਅ ਸਮਾਲ ਇੰਡੀਅਨ ਵਿਲੇਜ ਇੱਕ ਛੋਟੇ ਜਿਹੇ ਭਾਰਤੀ ਪਿੰਡ ਦੇ ਵਿੱਚ ਆ ਫਾਰਮਰ ਇੱਕ ਕਿਸਾਨ ਹੈਡ ਦੀ ਮਿਸਫੋਰਚੂਨ ਉਹ ਇੱਕ ਵਿਪਤਾ ਦਾ ਸ਼ਿਕਾਰ ਹੋਇਆ। ਹੈਡ ਦਾ ਮਿਸਫੋਰਚੂਨ ਮੈਨੇ ਇੱਕ ਔਖੀ ਘੜੀ ਦਾ ਸ਼ਿਕਾਰ ਹੋਇਆ, ਇੱਕ ਵਿਪਤਾ ਦਾ ਸ਼ਿਕਾਰ ਹੋਇਆ। ਉਹ ਕਿਹੜੀ ਸੀਗੀ? ਆਫ ਓਇੰਗ ਅ ਲਾਰਜ ਸਮ ਆਫ ਮਨੀ। ਉਹ ਹੁੰਦਾ ਬੱਚਿਓ ਕਿਸੇ ਦੇ ਦੇਣਦਾਰ ਹੋਣਾ, ਕਿਸੇ ਦਾ ਕੁਝ ਦੇਣਾ। ਆਫ ਓਇੰਗ ਅ ਲਾਰਜ ਸਮ ਆਫ ਮਨੀ ਇੱਕ ਬਹੁਤ ਵੱਡੀ ਜਿਹੜੀ ਰਕਮ ਸੀ ਉਹਦਾ ਹੀ ਦੇਣਦਾਰ ਹੋਣ ਦੀ ਵਿਪਤਾ ਦਾ ਸ਼ਿਕਾਰ ਹੋਇਆ। ਟੂ ਅ ਵਿਲੇਜ ਮਨੀ ਲੈਂਡਰ ਪਿੰਡ ਦੇ ਸ਼ਾਹੂਕਾਰ ਨੂੰ। ਅਸੀਂ ਜਾਣਦੇ ਹਾਂ ਪੁਰਾਣੇ ਜ਼ਮਾਨੇ 'ਚ ਵੀ ਸੀ, ਅੱਜ ਵੀ ਲੋਕੀ ਕਰਜ਼ੇ ਚੁੱਕਦੇ ਸੀਗੇ। ਸੋ ਕਿਸਾਨ ਜਿਹੜਾ ਸੀ ਉਹਦੀ ਹਾਲਤ ਇਹ ਹੋ ਗਈ ਕਿ ਇੱਕ ਮਿਸਫੋਰਚੂਨ ਕਿ ਉਹ ਇੱਕ ਬਹੁਤ ਔਖੇ ਸੰਕਟ ਵਿੱਚ ਇੱਕ ਸੰਕਟ ਦੇ ਵਿੱਚ ਉਹ ਪੈ ਗਿਆ। ਕਿ ਉਹ ਸੰਕਟ ਕੀ ਸੀਗਾ ਕਿ ਉਹਨੇ ਪਿੰਡ ਦੇ ਸ਼ਾਹੂਕਾਰ ਦੀ ਬਹੁਤ ਵੱਡੀ ਰਕਮ ਜਿਹੜੀ ਹੈ ਉਹ ਅਦਾ ਕਰਨੀ ਸੀ, ਉਹਦਾ ਦੇਣਦਾਰ ਸੀ। ਦੀ ਮਨੀ ਲੈਂਡਰ ਉਹ ਜਿਹੜਾ ਸ਼ਾਹੂਕਾਰ ਸੀ ਉਹ ਵਾਜ਼ ਓਲਡ ਐਂਡ ਅਗਲੀ, ਉਹ ਜੋ ਕਿ ਬੁੱਢਾ ਸੀ। ਐਂਡ ਅਗਲੀ ਮੈਨੇ ਭੱਦਾ ਸੀ, ਸੋਹਣਾ ਸੁਨੱਖਾ ਨਹੀਂ ਸੀ, ਮੈਨੇ ਦੇਖਣ ਨੂੰ ਭੱਦਾ ਸੀ। ਫੈਂਸਿਡ ਦੀ ਫਾਰਮਰਸ ਬਿਊਟੀਫੁਲ ਡਾਟਰ। ਫੈਂਸੀ ਹੁੰਦਾ ਬੱਚੋ ਕਿਸੇ ਚੀਜ਼ ਤੇ ਦਿਲ ਲਾਣਾ, ਕਿਸੇ ਚੀਜ਼ ਨੂੰ ਪਸੰਦ ਕਰਨਾ। ਉਹ ਕਿਸਾਨ ਦੀ ਸੋਹਣੀ ਕੁੜੀ ਤੇ ਅੱਖ ਰੱਖਦਾ ਸੀ। ਫੈਂਸਿਡ ਬਣੇ ਕਿ ਉਹਨੂੰ ਪਿਆਰ ਕਰਦਾ ਸੀ ਜਾਂ ਉਹ ਚਾਹੁੰਦਾ ਸੀ ਵੀ ਇਹ ਮੇਰੀ ਹੋ ਜਾਵੇ। ਵੀ ਉਹ ਆ ਗਿਆ ਸੀ, ਉਹਦਾ ਮਨ ਆ ਗਿਆ ਸੀ। ਸੋ ਹੀ ਪ੍ਰਪੋਜ਼ਡ ਅ ਬਾਰਗੇਨ। ਬਾਰਗੇਨ ਹੁੰਦਾ ਸੌਦਾ, ਪ੍ਰਪੋਜ਼ ਹੁੰਦਾ ਹੈ ਇੱਕ ਸੁਝਾਅ ਦੇਣਾ। ਉਹਨੇ ਫਿਰ ਇੱਕ ਸੌਦੇ ਦਾ ਇੱਕ ਮਤਲਬ ਕਿ ਡੀਲ ਦਾ ਇੱਕ ਉਹਨੇ ਸੁਝਾਅ ਦਿੱਤਾ ਉਹਨੂੰ, ਕਿਸਾਨ ਨੂੰ। ਹੀ ਸੈਡ ਉਹਨੇ ਕਿਹਾ ਹੀ ਵੁੱਡ ਫੋਰਗੋ ਹੁੰਦਾ ਬੱਚੋ ਛੱਡ ਦੇਣਾ। ਦੀ ਫਾਰਮਰਸ ਡੈਟ ਹੁੰਦਾ ਕਰਜ਼ਾ। ਉਹਨੇ ਕਿਹਾ ਕਿ ਉਹ ਕਿਸਾਨ ਦਾ ਕਰਜ਼ਾ ਛੱਡ ਦੇਗਾ ਅਰਥਾਤ ਮਾਫ ਕਰ ਦੇਗਾ। ਇਫ ਹੀ ਕੁਡ ਮੈਰੀ ਦੀ ਫਾਰਮਰਸ ਡਾਟਰ, ਜੇ ਉਹ ਕਿਸਾਨ ਦੀ ਕੁੜੀ ਨਾਲ ਵਿਆਹ ਕਰ ਸਕੇ, ਕਿ ਜੇ ਕਿਸਾਨ ਆਪਣੀ ਕੁੜੀ ਦਾ ਵਿਆਹ ਉਹਨਾਂ ਕਰ ਦੇਵੇ ਤੇ ਉਹ ਕਰਜ਼ਾ ਛੱਡ ਦੇਗਾ। ਬੋਥ ਦੀ ਫਾਰਮਰ ਐਂਡ ਹਿਜ਼ ਡਾਟਰ ਵਰ ਹੌਰੀਫਾਈਡ ਬਾਈ ਦੀ ਪ੍ਰਪੋਜ਼ਲ ਮੈਨੇ ਸੁਝਾਅ। ਇਸ ਸੁਝਾਅ ਤੋਂ ਦੋਨੋਂ ਕਿਸਾਨ ਅਤੇ ਦੀ ਕੁੜੀ ਹੌਰੀਫਾਈਡ ਹੁੰਦਾ ਬੱਚਿਓ ਜੇ 'ਚ ਡਰ ਅਤੇ ਹੈਰਾਨੀ ਦਾ ਰਲਵਾਂ ਮੇਲ ਹੋਵੇ। ਉਹ ਦੋਨੋਂ ਬੜੇ ਇੱਕੋਦਮ ਜਿੱਦਾਂ ਨਾ ਕਿਸਾਨ ਤੇ ਜਿਹੜੇ ਆਪਣੀ ਉਹਦੀ ਕੁੜੀ ਸੀਗੀ ਉਹ ਇੱਕੋਦਮ ਸੁਣ ਕੇ ਇਹ ਜਿਹੜਾ ਸੁਝਾਅ ਸੁਣ ਕੇ ਇੱਕੋਦਮ ਘਬਰਾ ਗਏ, ਦੰਗ ਰਹਿ ਗਏ। ਮਤਲਬ ਉਹ 'ਚ ਘਬਰਾਹਟ ਵੀ ਸੀਗੀ ਤੇ ਹੈਰਾਨੀ ਵੀ ਸੀਗੀ। ਸੋ ਦੀ ਕੰਨਿੰਗ ਹੁੰਦਾ ਹੈ ਸ਼ਾਤਿਰ, ਜਿਹੜਾ ਬੰਦਾ ਬੜਾ ਖਚਰਾ ਹੋਵੇ, ਚਲਾਕ ਹੋਵੇ, ਚੁਸਤ ਚਲਾਕ, ਹੇਰਾ ਫੇਰੀ, ਕਪਟੀ ਹੋਵੇ। ਸੋ ਉਹਨੂੰ ਅਸੀਂ ਕੰਨਿੰਗ ਕਹਿ ਦਿੰਦੇ ਹਾਂ, ਠੀਕ ਹੈ। ਸੋ ਦੀ ਕੰਨਿੰਗ ਮਨੀ ਲੈਂਡਰ। ਸੋ ਇਸ ਤਰ੍ਹਾਂ ਜਿਹੜਾ ਉਹ ਬੇਈਮਾਨ ਜਿਹੜਾ ਉਹ ਕੰਨਿੰਗ ਮੈਨੇ ਲੂਮੜੀ ਵਰਗਾ ਚਲਾਕ ਜਿਹੜਾ ਬੰਦਾ ਹੁੰਦਾ ਨਾ, ਜਿਹੜਾ ਸ਼ਾਤਰ ਹੋਵੇ, ਇਹੋ ਜਿਹਾ ਖਚਰਾ ਮਨੀ ਲੈਂਡਰ ਸੀ। ਸਜੈਸਟਿਡ ਉਹਨੇ ਸਲਾਹ ਦਿੱਤੀ ਦੈਟ ਦੇ ਲੈਟ ਪ੍ਰੋਵੀਡੈਂਸ। ਹੁਣ ਪ੍ਰੋਵੀਡੈਂਸ ਕੀ ਹੁੰਦਾ ਬੱਚੇ? ਪ੍ਰੋਵੀਡੈਂਸ ਪੀ ਕੈਪੀਟਲ ਵਰਤਿਆ ਜਾਵੇ ਨਾ ਜੇ, ਤੇ ਅਸੀਂ ਇਹਨੂੰ ਕਹਿ ਦਿੰਦੇ ਹਾਂ ਰੱਬ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਭਾਗ ਵਿੱਚ ਹੀ ਕਿਸਮਤ ਹੈ। ਸੋ ਪ੍ਰੋਵੀਡੈਂਸ ਅਸੀਂ ਕਹਿ ਦਿੰਦੇ ਹਾਂ ਕੁਦਰਤ, ਤੇ ਜਾਂ ਰੱਬ, ਤੇ ਜਾਂ ਕਿਸਮਤ ਜਾਂ ਭਾਗ ਕਹਿ ਲਓ ਜੋ ਹੈ ਨਾ। ਡਿਸਾਈਡ ਦੀ ਮੈਟਰ। ਉਹਨੇ ਫਿਰ ਸਲਾਹ ਦਿੱਤੀ ਕਿ ਕੁਦਰਤ ਨੂੰ ਇਸ ਮਸਲੇ ਨੂੰ ਹੱਲ ਕਰ ਲੈਣ ਦਿਓ, ਕਿ ਇਹ ਮਸਲਾ ਜਿਹੜਾ ਫੈਸਲਾ ਹੈ ਇਹ ਕੁਦਰਤ ਤੇ ਛੱਡ ਦਿੰਦੇ ਹਾਂ, ਰੱਬ ਤੇ ਛੱਡ ਦਿੰਦੇ ਹਾਂ। ਇੱਕ ਉਹਨੇ ਇੱਕ ਹੁਣ ਅੱਗੇ ਖੇਡ ਖੇਡੇਗਾ, ਦੱਸੇਗਾ, ਇਹ ਕਹਾਣੀ ਜਿਹੜੇ ਪੜਾਂਗੇ ਅੱਗੇ ਪਤਾ ਲੱਗੇਗਾ ਕਿ ਉਹਨੇ ਇੱਕ ਚਲਾਕੀ ਖੇਡੀ ਵੀ ਤੇ ਉਹਨੂੰ ਇਹ ਭਰਮਾਉਣ ਦੀ ਕੋਸ਼ਿਸ਼ ਕੀਤੀ, ਚਲੋ ਵੀ ਮੇਰੀ ਗੱਲ ਨਹੀਂ ਮੰਨਣੀ, ਅਸੀਂ ਇਹ ਫੈਸਲਾ ਵੀ ਤੇਰੀ ਕੁੜੀ ਦਾ ਮੇਰੇ ਨਾਲ ਵਿਆਹ ਹੋਣਾ ਜਾਂ ਨਹੀਂ ਹੋਣਾ ਇਹ ਅਸੀਂ ਕੁਦਰਤ ਤੇ ਰੱਬ ਤੇ ਛੱਡ ਦਿੰਦੇ ਹਾਂ। ਹੀ ਟੋਲਡ ਦੈਮ, ਉਹਨੇ ਉਹਨਾਂ ਨੂੰ ਕਿਹਾ ਦੈਟ ਹੀ ਵੁੱਡ ਪੁੱਟ ਅ ਬਲੈਕ ਪੈਬਲ ਹੁੰਦਾ ਬੱਚਾ ਰੋੜਾ। ਹੁਣ ਰੋੜਾ ਨੂੰ ਅਸੀਂ ਸਟੋਨ ਵੀ ਕਹਿ ਦਿੰਦੇ ਹਾਂ, ਪਰ ਪੈਬਲ ਹੁੰਦੇ ਜਿਹੜੇ ਰੋੜੇ ਨਾ ਰਿੜ ਕੇ ਥੋੜੇ ਗੋਲ ਜਿਹੇ ਬਣ ਜਾਂਦੇ ਨੇ, ਜਿਹੜੇ ਚੋਆਂ ਦੇ ਲਾਗੇ ਜਾਂ ਨਹਿਰਾਂ ਦੇ ਲਾਗੇ ਅਸੀਂ ਦੇਖਦੇ ਹਾਂ, ਜਿਹੜੇ ਲੁੜਕ ਕੇ ਉਹਨਾਂ ਦਾ ਨਾ ਤਿੱਖਾ ਜਿਹੜੇ ਐਜ ਹੁੰਦੇ ਨੇ, ਤਿੱਖੇ ਸਿਰੇ ਨਹੀਂ ਹੁੰਦੇ, ਉਹ ਸਿਰਫ ਗੋਲਾਈ 'ਚ ਹੁੰਦੇ ਨੇ। ਸੋ ਉਹਨਾਂ ਨੂੰ ਅਸੀਂ ਪੈਬਲ ਕਹਿ ਦਿੰਦੇ ਹਾਂ ਜ਼ਿਆਦਾਤਰ।
ਸੋ ਹੀ ਵੁੱਡ ਪੁੱਟ ਅ ਬਲੈਕ ਪੈਬਲ ਐਂਡ ਅ ਵਾਈਟ ਪੈਬਲ ਇਨਟੂ ਐਨ ਐਮਟੀ ਮਨੀ ਬੈਗ। ਉਹਨੇ ਉਹਨਾਂ ਨੂੰ ਕਿਹਾ ਕਿ ਉਹ ਕੀ ਕਰੇਗਾ, ਇੱਕ ਕਾਲਾ ਰੋੜਾ ਅਤੇ ਇੱਕ ਚਿੱਟਾ ਰੋੜਾ ਖਾਲੀ ਪੈਸੇ ਵਾਲੇ ਝੋਲੇ 'ਚ ਪਾਏਗਾ। ਠੀਕ ਹੈ। ਦੈਨ ਦੀ ਗਰਲ ਵੁੱਡ ਹੈਵ ਟੂ ਪਿਕ ਵਨ ਪੈਬਲ ਫਰੋਮ ਦੀ ਬੈਗ। ਤੇ ਫਿਰ ਕੁੜੀ ਨੂੰ ਉਸ ਝੋਲੇ 'ਚ ਬਿਨਾਂ ਦੇਖੇ ਮਤਲਬ ਹੱਥ ਪਾ ਕੇ ਇੱਕ ਰੋੜਾ ਕੱਢਣਾ ਪਏਗਾ। ਇਫ ਸ਼ੀ ਪਿਕ ਦੀ ਬਲੈਕ ਪੈਬਲ, ਤੇ ਜੇ ਤੇ ਉਹਨੇ ਕਾਲਾ ਰੋੜਾ ਚੱਕਿਆ, ਸ਼ੀ ਵੁੱਡ ਬਿਕਮ ਹਿਜ਼ ਵਾਈਫ, ਉਹ ਉਹਦੀ ਪਤਨੀ ਬਣ ਜਾਏਗੀ। ਐਂਡ ਹਰ ਫਾਦਰਸ ਡੈਟ ਵੁੱਡ ਬੀ ਰਿਟਨ ਆਫ, ਤੇ ਉਹਦੇ ਪਿਓ ਦਾ ਕਰਜ਼ਾ ਰਾਈਟ ਆਫ ਹੁੰਦਾ ਬੱਚੋਂ ਕੈਂਸਲ ਕਰ ਦੇਣਾ, ਕਾਟਾ ਮਾਰ ਦੇਣਾ, ਤੇ ਖਾਤੇ 'ਚ ਉਡਾ ਲੈਣਾ। ਤੇ ਉਹਦੇ ਜਿਹੜਾ ਪਿਓ ਦਾ ਕਰਜ਼ਾ ਹੈ ਉਹ ਰਾਈਟ ਆਫ ਕਰ ਦਿੱਤਾ ਜਾਏਗਾ, ਮਾਫ ਕਰ ਦਿੱਤਾ ਜਾਏਗਾ, ਕੱਟ ਦਿੱਤਾ ਜਾਏਗਾ, ਕੈਂਸਲ ਕਰ ਦਿੱਤਾ ਜਾਏਗਾ। ਇਫ ਸ਼ੀ ਪਿਕ ਦੀ ਵਾਈਟ ਪੈਬਲ, ਤੇ ਜੇ ਉਹਨੇ ਚਿੱਟਾ ਰੋੜਾ ਚੱਕਿਆ, ਸ਼ੀ ਨੀਡ ਨਾਟ ਮੈਰੀ ਹਿਮ, ਉਹਨੂੰ ਉਹਦੇ ਨਾਲ ਵਿਆਹ ਕਰਨ ਦੀ ਲੋੜ ਨਹੀਂ ਹੈਗੀ। ਐਂਡ ਹਰ ਫਾਦਰਸ ਡੈਟ ਵੁੱਡ ਸਟਿਲ ਬੀ ਰਿਟਨ ਆਫ, ਤੇ ਉਹਦੇ ਪਿਓ ਦਾ ਕਰਜ਼ਾ ਫੇਰ ਵੀ ਮਾਫ ਕਰ ਦਿੱਤਾ ਜਾਏਗਾ। ਕਿ ਕਾਲੇ ਰੋੜੇ ਤੇ ਵਿਆਹ ਕਰਨਾ ਪਏਗਾ ਤੇ ਕਰਜ਼ਾ ਮਾਫ ਹੋ ਜਾਏਗਾ, ਚਿੱਟੇ ਰੋੜੇ ਤੇ ਵੀ ਕਰਜ਼ਾ ਮਾਫ ਹੋ ਜਾਏਗਾ, ਤੇ ਵਿਆਹ ਕਰਨਾ ਨਾ ਕਰਨਾ ਕੁੜੀ ਤੇ ਨਿਰਭਰ ਹੋਏਗਾ। ਨੀਡ ਨਾਟ ਮੈਰੀ, ਉਹਨੂੰ ਵਿਆਹ ਕਰਨ ਦੀ ਲੋੜ ਨਹੀਂ ਰਹੇਗੀ। ਬਟ ਤੀਜੀ ਇੱਕ ਹੋਰ ਕਿਹੜੀ ਸੀਗੀ ਚੁਆਇਸ, ਬਟ ਇਫ ਸ਼ੀ ਰਿਫਿਊਜ਼ ਟੂ ਪਿਕ ਅਪ ਪੈਬਲ, ਪਰ ਜੇ ਉਹਨੇ ਰੋੜਾ ਕੱਢਣ ਤੋਂ ਨਾ ਕੀਤੀ, ਵੀ ਇਹ ਖੇਡ ਵਿੱਚ ਹਿੱਸਾ ਲੈਣ ਤੋਂ ਨਾ ਕੀਤੀ, ਕਿ ਮੈਂ ਕੰਮ ਨਹੀਂ ਕਰਨਾ, ਵੀ ਮੈਂ ਉਹ 'ਚੋਂ ਰੋੜਾ ਝੋਲੇ 'ਚੋਂ ਨਹੀਂ ਕੱਢਣਾ, ਹਰ ਫਾਦਰ ਵੁੱਡ ਬੀ ਥਰੋਨ ਇਨਟੂ ਜੇਲ, ਤੇ ਫਿਰ ਮੈਂ ਪ੍ਰਸ਼ਾਸਨ ਕੋ ਪੁਲਿਸ ਕੋ ਜਾਵਾਂਗਾ ਵੀ ਮੇਰਾ ਕਰਜ਼ਾ ਨਹੀਂ ਮੋੜਦਾ, ਤੇ ਜਿਹੜਾ ਪਿਓ ਹੈਗਾ ਉਹਨੂੰ ਜੇਲ੍ਹ ਵਿੱਚ ਜਾਣਾ ਪਏਗਾ, ਉਹਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਏਗਾ। ਠੀਕ ਹੈ। ਫਿਰ ਕਹਿੰਦੇ ਦੇ ਵਰ ਸਟੈਂਡਿੰਗ ਔਨ ਅ ਪੈਬਲ ਸਟ੍ਰਿਊਨ, ਸਟ੍ਰਿਊਨ ਹੁੰਦਾ ਵਿੱਚ ਖਿਲਰਿਆ ਹੋਇਆ, ਸਟ੍ਰਿਊਨ ਹੁੰਦਾ ਵੀ ਕੀ ਚੀਜ਼ਾਂ ਖਿਲਾਰੀਆਂ, ਜਿੱਦਾਂ ਮੈਂ ਕਾਗਜ਼ ਫਾੜ ਕੇ ਨਿੱਕੇ ਨਿੱਕੇ ਟੁਕੜੇ ਕਰਕੇ ਤਾਂ ਵਾਹ ਕੇ ਮਾਰਾਂ, ਸਕੈਟਰ ਕਰ ਦੇਣਾ ਇਹਨੂੰ। ਸੋ ਅਸੀਂ ਜਿਹੜੇ ਦੇਖਦੇ ਹਾਂ ਪਾਥ, ਜਿਹੜੇ ਨਹਿਰ ਦੇ ਕੋਲ ਦੇਖੋ, ਚੋਅ ਦੇ ਕੋਲ ਦੇਖੋ, ਸਾਈਡਾਂ ਦੇ ਪੱਥਰ ਉੱਦਾਂ ਹੀ ਖਿਲਰੇ ਹੁੰਦੇ ਨੇ, ਤਰਤੀਬ ਨਾਲ ਨਹੀਂ ਹੁੰਦੇ, ਉਹਦਾ ਬੇਤਰਤੀਬੇ ਖਿਲਰੇ ਹੁੰਦੇ ਨੇ। ਸੋ ਪੈਬਲ ਸਟਿਊਨ ਪਾਥ ਮੈਨੇ ਉਹ ਪਾਥ ਜਿਹਤੇ ਬਹੁਤ ਸਾਰੇ ਪੱਥਰ ਖਿਲਰੇ ਹੋ ਸੀਗੇ। ਸੋ ਦੇ ਵਰ ਸਟੈਂਡਿੰਗ ਔਨ ਅ ਪੈਬਲ ਸਟਿਊਨ ਪਾਥ ਇਨ ਦੀ ਫਾਰਮਰਸ ਫੀਲਡ, ਉਹ ਕਿਸਾਨ ਦੇ ਖੇਤ ਦੇ ਵਿੱਚ ਇੱਕ ਜਿਹੜਾ ਰਾਹ ਸੀ ਜਿੱਤੇ ਪੱਥਰ ਖਿਲਰੇ ਹੋ ਸੀਗੇ, ਉੱਤੇ ਖੜੇ ਸੀ। ਐਜ਼ ਦੇ ਟਾਕਡ, ਜਿਵੇਂ ਉਹ ਗੱਲਾਂ ਕਰਦੇ ਪਏ ਸੀ, ਦੀ ਮਨੀ ਲੈਂਡਰ ਬੈਂਟ ਓਵਰ, ਜਿਹੜਾ ਸ਼ਾਹੂਕਾਰ ਸੀ ਉਹ ਥੱਲੇ ਝੁਕਿਆ, ਟੂ ਪਿਕ ਅਪ ਟੂ ਪੈਬਲਸ, ਦੋ ਪੱਥਰ, ਦੋ ਰੋੜੇ ਚੁੱਕਣ ਲਈ। ਐਜ਼ ਹੀ ਪਿਕ ਦੈਮ ਅਪ, ਜਿੱਦਾਂ ਹੀ ਉਹਨੇ ਉਹ ਦੋ ਰੋੜੇ ਚੱਕੇ, ਦੀ ਸ਼ਾਰਪ ਆਈਡ ਗਰਲ, ਉਹ ਤਿੱਖੀ ਨਜ਼ਰ ਵਾਲੀ ਕੁੜੀ, ਅਰਥਾਤ ਕੁੜੀ ਦੀ ਨਿਗਾਹ ਤੇਜ਼ ਸੀਗੀ, ਸ਼ਾਰਪ ਆਈਡ ਬਣੇ ਤਿੱਖੀ ਨਜ਼ਰ। ਦੀ ਸ਼ਾਰਪ ਆਈਡ ਗਰਲ ਨੋਟਿਸਡ, ਉਹਨੇ ਦੇਖਿਆ, ਉਹਨੇ ਗੌਰ ਕੀਤਾ, that he had picked up two black pebbles and put them into the bag, ਵੀ ਮਨੀ ਲੈਂਡਰ ਸ਼ਾਹੂਕਾਰ ਨੇ ਚਲਾਕੀ ਖੇਡੀ ਸੀਗੀ, ਉਹਨੇ ਇੱਕ ਚਿੱਟਾ ਤੇ ਕਾਲਾ ਰੋੜਾ ਨਹੀਂ ਚੱਕਿਆ ਸੀ, ਉਹਨੇ ਦੋਨੋਂ ਹੀ ਕਾਲੇ ਰੋੜੇ ਚੱਕ ਲਏ ਸੀ ਤੇ ਝੋਲੇ ਵਿੱਚ ਪਾ ਦਿੱਤੇ ਸੀਗੇ। ਵੀ ਅਰਥਾਤ ਕੁੜੀ ਜਿਹੜਾ ਵੀ ਮਰਜ਼ੀ ਰੋੜਾ ਕੱਢੇ ਉਹ ਕਾਲਾ ਹੀ ਨਿਕਲੇਗਾ, ਤੇ ਕਾਲੇ ਨਾਲ ਫਿਰ ਕੀ ਹੋਏਗਾ, ਉਹਦੀ ਜਨਾਨੀ ਬਣ ਜਾਏਗੀ, ਉਹਨੂੰ ਉਹਨਾਂ ਵਿਆਹ ਕਰਨਾ ਪਏਗਾ ਤੇ ਪਿਓ ਦਾ ਕਰਜ਼ਾ ਮਾਫ ਹੋ ਜਾਏਗਾ। ਕਿ ਉਹਨੇ ਇਹ ਚੁਸਤੀ ਚਲਾਕੀ ਖੇਡੀ ਉਸ ਸ਼ਾਹੂਕਾਰ ਨੇ। ਹੀ ਦੈਨ ਆਸਕਡ ਦੀ ਗਰਲ ਟੂ ਪਿਕ ਅ ਪੈਬਲ ਫਰੋਮ ਦੀ ਬੈਗ, ਹੁਣ ਉਹਨੇ ਕੁੜੀ ਨੂੰ ਉਸ ਬੈਗ ਵਿੱਚੋਂ, ਝੋਲੇ ਚੋਂ ਪੱਥਰ ਕੱਢਣ ਲਈ ਇੱਕ ਪੱਥਰ ਕੱਢਣ ਲਈ ਕਿਹਾ। ਨਾਓ, ਹੁਣ ਇਮੇਜਿਨ ਯੂ ਵਰ ਸਟੈਂਡਿੰਗ ਇਨ ਦੀ ਫੀਲਡ, ਕਲਪਨਾ ਕਰੋ ਕਿ ਤੁਸੀਂ ਉਸ ਖੇਤ ਵਿੱਚ ਖੜੇ ਸੀ। ਵਟ ਵੁੱਡ ਯੂ ਹੈਵ ਡਨ, ਤੁਸੀਂ ਕੀ ਕਰਨਾ ਸੀ। ਇਫ ਯੂ ਹੈਡ ਬੀਨ ਦੀ ਗਰਲ, ਜੇ ਤੁਸੀਂ ਉਹ ਕੁੜੀ ਹੁੰਦੇ। ਅਰਥਾਤ ਆਪਣੇ ਆਪ ਨੂੰ ਕੁੜੀ ਦੀ ਥਾਂ ਰੱਖੋ, ਤੇ ਤੁਸੀਂ ਦੇਖ ਵੀ ਲਿਆ ਕਿ ਦੋ ਪੱਥਰ ਇਹਨੇ ਚੱਕੇ ਨੇ ਤੇ ਦੋਨੋਂ ਕਾਲੇ ਨੇ, ਤੇ ਮੈਂ ਇੱਕ ਚੱਕਾਂਗਾ, ਜਿਹੜਾ ਮਰਜ਼ੀ ਮੈਂ ਚੱਕਾਂਗਾ ਜਾਂ ਚੱਕਾਂਗੀ ਉਹ ਚੋਂ ਕਾਲਾ ਹੀ ਨਿਕਲੇਗਾ। ਠੀਕ ਹੈ। ਜੇ ਉਹਦੀ ਥਾਂ ਤੁਸੀਂ ਹੁੰਦੇ ਤੁਸੀਂ ਕੀ ਕਰਦੇ। ਇਫ ਯੂ ਹੈਡ ਟੂ ਐਡਵਾਈਜ਼ ਹਰ, ਤੇ ਜੇ ਤੁਸੀਂ ਉਸ ਕੁੜੀ ਨੂੰ ਸਲਾਹ ਦੇਣੀ ਹੁੰਦੀ ਇਸ ਸਮੱਸਿਆ ਚੋਂ ਬਾਹਰ ਨਿਕਲਣ ਲਈ, ਵਟ ਵੁੱਡ ਯੂ ਹੈਵ ਟੋਲਡ ਹਰ, ਤੁਸੀਂ ਉਹਨੂੰ ਕੀ ਕਹਿਣਾ ਸੀ। ਹੁਣ ਬੱਚਿਓ ਇੱਕ ਗੁੰਝਲ ਹੈਗੀ ਹੈ, ਤੇ ਇਹ 'ਚ ਦਿਮਾਗ ਕਿੱਦਾਂ ਕੰਮ ਕਰਦਾ ਹੈ, ਦਿਮਾਗ ਨੂੰ ਕਿੱਦਾਂ ਵਰਤੀਦਾ, ਉਹਦੀ ਗੱਲ ਹੈਗੀ ਹੈ। ਕਹਿੰਦੇ ਕੇਅਰਫੁਲ ਐਨਾਲਿਸਿਸ, ਐਨਾਲਿਸਿਸ ਹੁੰਦਾ ਬੱਚੋ ਵਿਸ਼ਲੇਸ਼ਣ, ਕਿਸੇ ਚੀਜ਼ ਦੀ ਚੀਰ ਫਾੜ। ਕੇਅਰਫੁਲ ਮੈਨੇ ਬੜੀ ਚੌਕਸੀ ਨਾਲ ਕੀਤੀ ਹੋਈ, ਸਾਵਧਾਨੀ ਨਾਲ ਕੀਤੀ ਹੋਈ। ਸੋ ਸਾਵਧਾਨੀ ਨਾਲ ਕੀਤੀ ਹੋਈ ਚੌਕਸੀ ਨਾਲ ਕੀਤਾ ਹੋਇਆ ਜਿਹੜਾ ਚੀਰ ਫਾੜ ਹੈ, ਵੁੱਡ ਪ੍ਰੋਡਿਊਸ 3 ਪੋਸੀਬਿਲਿਟੀਜ਼, ਉਹ ਸਾਡੇ ਸਾਹਮਣੇ 3 ਸੰਭਾਵਨਾਵਾਂ ਸਾਹਮਣੇ ਰੱਖੇਗਾ, 3 ਸੰਭਾਵਨਾਵਾਂ ਪੈਦਾ ਕਰੇਗਾ। ਕਿਹੜੀਆਂ ਕਿਹੜੀਆਂ। ਪਹਿਲੀ ਇਹ ਹੈਗੀ ਹੈ, ਦੀ ਗਰਲ ਸ਼ੁੱਡ ਰਿਫਿਊਜ਼ ਟੂ ਟੇਕ ਅ ਪੈਬਲ, ਕਿ ਕੁੜੀ ਨੂੰ ਉਹ ਪੱਥਰ ਕੱਢਣ ਤੋਂ ਮਨਾ ਕਰ ਦੇਣਾ ਚਾਹੀਦਾ ਹੈ। ਠੀਕ ਹੈ। ਤੇ ਉਹਦੇ ਨਾਲ ਕੀ ਹੋਏਗਾ, ਉਹਦਾ ਪਿਓ ਜੇਲ੍ਹ ਵਿੱਚ ਜਾਏਗਾ। ਠੀਕ ਹੈ। ਦੀ ਗਰਲ ਸ਼ੁੱਡ ਸ਼ੋ that there were 2 black pebbles in the bag and expose the money lender as a cheat, cheat ਮੈਨੇ ਹੁੰਦਾ ਧੋਖੇਬਾਜ਼, expose ਮੈਨੇ ਉਜਾਗਰ ਕਰਨਾ, ਪਰਦਾਫਾਸ਼ ਕਰਨਾ। ਕਹਿੰਦੇ ਕੁੜੀ ਨੂੰ ਇਹ ਦਿਖਾਣਾ ਚਾਹੀਦਾ ਹੈ
कि झोले विच दोनों रोड़े काले ने इन दी बैग, एंड इस तरह करके उन्होंने जिहड़ा शाहूकार है उन्होंने एक धोखेबाज वजों उन्होंने ਉਹਦਾ पर्दाफाश करना चाहिए है। दूजी सलाह हैगी है। तीजी गल है दी गर्ल शुड पिक अ ब्लैक पैबल, कि कुड़ी नूं झोले चों रोड़ा कढ़ लेना चाहिए है जो कि काला ही हैगा, दोनों दोनों रोड़े काले हैगे ने। सो काला रोड़ा चक लेना चाहिए है एंड सैक्रीफाइस हरसेल्फ, अते अपना अपने आप की कुर्बानी दे देनी चाहिए है। काहदे लई? इन ऑर्डर टू सेव हर फादर, अपने पिता नूं बचाउण लई, फ्रॉम डेट करजे तो एंड इंप्रिजनमेंट, ਅਤੇ ਜੇਲ੍ਹ ਤੋਂ ਅਤੇ ਕਰਜ਼ੇ ਤੋਂ ਬਚਾਉਣ ਲਈ ਉਹਨੂੰ ਆਪਣਾ ਆਪ ਵਾਰ ਦੇਣਾ ਚਾਹੀਦਾ। ਸੋ ਤਿੰਨ ਸੰਭਾਵਨਾ ਬਾਹਰ ਆਉਂਦੀਆਂ। ਕਹਿੰਦੇ ਫਿਰ ਕਹਿੰਦੇ ਟੇਕ ਅ ਮੋਮੈਂਟ ਟੂ ਪੌਂਡਰ ਓਵਰ ਦੀ ਸਟੋਰੀ, ਪੌਂਡਰ ਹੁੰਦਾ ਬੱਚੋ ਡੂੰਘੀ ਵਿਚਾਰ ਕਰਨੀ। ਕਹਿੰਦੇ ਇਸ ਕਹਾਣੀ ਦੇ ਉੱਤੇ ਥੋੜਾ ਡੂੰਘਾ ਵਿਚਾਰ ਕਰਨ ਲਈ ਥੋੜਾ ਸਮਾਂ ਲਵੋ, ਟੇਕ ਅ ਮੋਮੈਂਟ, ਵੀ ਥੋੜਾ ਸੋਚੋ, ਤੁਸੀਂ ਹੋਰ ਸਮਾਂ ਲਵੋ ਤੇ ਇਸ ਕਹਾਣੀ ਦੇ ਉੱਤੇ ਵਿਚਾਰ ਕਰੋ। ਦੀ ਅਬਵ ਸਟੋਰੀ ਇਜ਼ ਯੂਜ਼ਡ ਵਿਦ ਦੀ ਹੋਪ that it will make us appreciate the difference between literal and logical thinking। logical ਹੁੰਦੀ ਹੈ ਬੱਚੋ ਦਲੀਲ ਦੇ ਆਧਾਰ ਤੇ, ਤਰਕ ਦੇ ਆਧਾਰ ਤੇ, ਜੋ ਸਾਹਮਣੇ ਤੱਥ ਹੈਗੇ ਨੇ ਉਹਨੂੰ ਲੈ ਕੇ, ਜਿੱਦਾਂ ਅਸੀਂ 2 + 2 4 ਹੁੰਦਾ ਹੈ, ਠੀਕ ਹੈ। ਜੇ ਅਸੀਂ ਕਹਿੰਦੇ A = B ਤੇ B = C ਤੇ ਇਧਰੋਂ ਸਿੱਧ ਹੋ ਗਿਆ ਕਿ A = C, ਜਿੱਦਾਂ ਅਸੀਂ ਗਣਿਤ ਦੇ ਵਿੱਚ ਪੜ੍ਹਦੇ ਹਾਂ ਤਰਕ ਲੌਜੀਕਲ ਦੇ ਨਾਲ, ਹਨਾ। ਜੇ ਕੋਈ ਤੱਥ ਹੁੰਦੇ ਨੇ, ਕੋਈ ਵਿਗਿਆਨ ਦੇ ਤੱਥ ਹੁੰਦੇ ਨੇ, ਕੋਈ ਗਣਿਤ ਦੇ ਤੱਥ ਹੁੰਦੇ ਨੇ, ਉਹਨਾਂ ਦੇ ਆਧਾਰ ਤੇ ਅਸੀਂ ਲੌਜੀਕਲ ਗੱਲਾਂ ਕਰਦੇ ਹਾਂ, ਦਲੀਲ ਦੇ ਨਾਲ ਗੱਲ ਕਰਦੇ ਹਾਂ। ਕਹਿੰਦੇ ਇੱਕ ਉਹ ਹੁੰਦੀ ਹੈ ਲੌਜੀਕਲ ਥਿੰਕਿੰਗ, ਤੇ ਲੇਟਰਲ ਹੁੰਦੀ ਹੈ ਬੱਚੋ ਸਾਈਡਵੇਜ਼। ਲੇਟਰਲ ਦਾ ਅਖਰੀ ਅਰਥ ਹੈ ਸਾਈਡਵੇਜ਼, ਅਰਥਾਤ ਹਟ ਕੇ, ਲੀ ਤੋਂ ਹਟ ਕੇ, ਜੋ ਦਲੀਲ ਦੇ ਉੱਤੇ ਨਹੀਂ ਹੈਗੀ ਪਰ ਬਿਲਕੁਲ ਵੱਖਰੀ ਹੈਗੀ, ਆਊਟ ਆਫ ਦੀ ਬਾਕਸ। ਬਾਕਸ ਬੱਚੋ ਕੀ ਹੈ ਕਿ ਜਿਹੜੀ ਸਿੱਖਿਆ ਮੈਂ ਪ੍ਰਾਪਤ ਕੀਤੀ ਹੈ, ਜੋ ਮੈਂ ਸਿੱਖਿਆ, ਜਿੱਦਾਂ ਮੈਂ ਟ੍ਰੇਨਿੰਗ ਲਈ ਹੈ, ਤੇ ਉਹ ਤੋਂ ਹਟ ਕੇ ਨਵੇਕਲੇ ਢੰਗ ਦੇ ਨਾਲ ਸੋਚਣਾ, ਆਊਟ ਆਫ ਦੀ ਬਾਕਸ। ਡੱਬਾ ਕੀ ਹੈ ਬੱਚਿਓ? ਡੱਬਾ ਹੈ ਮੇਰੇ ਗਿਆਨ ਦਾ ਘੇਰਾ, ਜੋ ਮੈਂ ਕਿਤਾਬਾਂ ਰਾਹੀਂ ਜਾਂ ਮੈਂ ਦੂਜਿਆਂ ਕੋਲੋਂ, ਆਪਣੇ ਕਿਸੇ ਕੋਚ ਕੋਲੋਂ ਸਿੱਖਿਆ ਹੈ। ਸੋ ਉਹ ਉਸ ਡੱਬੇ ਤੋਂ ਬਾਹਰ ਆਉਣਾ, ਵੀ ਜੋ ਕੋਚ ਨੇ ਕਿਹਾ, ਜੋ ਟੀਚਰ ਨੇ ਕਿਹਾ, ਉਹ ਤੋਂ ਵੱਖਰਾ ਹੋ ਕੇ ਸੋਚਣਾ, ਜੋ ਕਿਤਾਬਾਂ 'ਚ ਪੜ੍ਹਿਆ ਉਹ ਤੋਂ ਵੱਖਰਾ ਹੋ ਕੇ ਸੋਚਣਾ, ਜੋ ਅੱਜ ਤੱਕ ਮੈਂ ਕਰਦਾ ਹਾਂ ਉਹ ਤੋਂ ਵੱਖਰਾ ਸੋਚਣਾ। ਤੇ ਲੇਟਰਲ ਨਾਲ ਕੀ ਉਹੀ ਮਤਲਬ ਆ ਗਿਆ, ਇਹ ਅਰਥਾਤ ਇੱਕ ਲੀਕ ਤੇ ਜਾਣਾ ਤੇ ਲੀਕ ਤੋਂ ਹਟ ਕੇ ਸੋਚਣਾ, ਇਹਦਾ ਇਹ ਮਤਲਬ ਹੈ ਲੀ ਤੋਂ। ਕਹਿੰਦੇ ਇਹ ਜਿਹੜੀ ਕਹਾਣੀ ਹੈ ਅਬਵ ਸਟੋਰੀ ਇਜ਼ ਯੂਜ਼ਡ, ਕਹਿੰਦੇ ਇਹ ਉੱਪਰਲੀ ਕਹਾਣੀ ਇਸ ਆਸ ਵਿੱਚ ਵਰਤੀ ਗਈ ਹੈ ਤਾਂ ਕਿ ਸਾਨੂੰ ਦਲੀਲ ਵਾਲੀ ਸੋਚ ਅਤੇ ਹਟ ਕੇ ਸੋਚਣ ਵਾਲੀ ਸੋਚ ਜਿਹੜੀ ਹੈ ਉਹਦਾ ਜਿਹੜਾ ਉਹਨਾਂ ਦੋਨਾਂ ਜਿਹੜਾ ਅੰਤਰ ਹੈ ਉਹਦੀ ਅਸੀਂ ਕਦਰ ਪਾ ਸਕੀਏ, ਉਹਨੂੰ ਸਮਝ ਸਕੀਏ। ਦੀ ਗਰਲਸ ਡਿਲੇਮਾ, ਡਿਲੇਮਾ ਹੁੰਦਾ ਬੱਚੋ ਦੁਬਿਧਾ। ਡਿਲੇਮਾ ਉਹ ਹੁੰਦੀ ਹੈ ਮੁਸ਼ਕਿਲ, ਉਹ ਮਤਲਬ ਕਿ ਗੁੰਝਲ ਹੁੰਦੀ ਜਿਹਦੇ ਚੋਂ ਨਿਕਲਣਾ ਥੋੜਾ ਔਖਾ ਹੋਵੇ, ਬੰਦਾ ਸ਼ਸ਼ੋਪੰਜ ਵਿੱਚ ਫਸ ਜਾਏ। ਸੋ ਦੀ ਗਰਲਸ ਡਿਲੇਮਾ ਅਰਥਾਤ ਜੋ ਕੁੜੀ ਦਾ ਜੋ ਸ਼ਸ਼ੋਪੰਜ ਹੈ, ਜੋ ਦੁਬਿਧਾ ਹੈਗੀ ਹੈ, ਜੋ ਸੰਕਟ ਹੈ, ਕੈਨ ਨਾਟ ਬੀ ਸੋਲਵਡ ਵਿਦ ਟ੍ਰੈਡੀਸ਼ਨਲ ਲੌਜੀਕਲ ਥਿੰਕਿੰਗ। ਇਹਨੂੰ ਰਵਾਇਤੀ, ਟ੍ਰੈਡੀਸ਼ਨਲ ਰਵਾਇਤੀ ਦਲੀਲ ਵਾਲੀ ਸੋਚ ਦੇ ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਥਿੰਕ ਆਫ ਦੀ ਕੌਨਸੀਕੁਐਂਸਿਸ ਇਫ ਸ਼ੀ ਚੂਜ਼ਿਸ ਦੀ ਅਬਵ ਲੌਜੀਕਲ ਆਨਸਰਸ। ਕਹਿੰਦੇ ਉਹਨਾਂ ਸਿੱਟਿਆਂ ਬਾਰੇ ਸੋਚੋ ਵੀ ਕੀ ਹੋਏਗਾ। ਇਹ ਤਿੰਨੋਂ ਹਾਲਤਾਂ ਵਿੱਚ ਜਿਹੜੀ ਕੁੜੀ ਹੈ ਉਹਦੀ ਹਾਲਤ ਵਿਚਾਰੀ ਦੀ ਹਾਰੀ ਹੋਈ ਹੈ, ਉਹ ਤਿੰਨੋਂ ਇਹ ਚੁੱਸਦੀ, ਇਹ ਚੋਣ ਕਰਦੀ ਤਾਂ ਵੀ ਹਾਰਦੀ ਹੈ, ਇਹ ਚੋਣ ਕਰਦੀ ਤਾਂ ਵੀ ਹਾਰਦੀ ਹੈ, ਇਹ ਚੋਣ ਕਰਦੀ ਤਾਂ ਵੀ ਹਾਰਦੀ ਹੈ। ਅਰਥਾਤ ਨਾ ਉਹਦੇ ਪਿਤਾ ਨੂੰ ਖੁਸ਼ੀ ਮਿਲੇਗੀ ਨਾ ਉਹਨੂੰ ਮਿਲੇਗੀ, ਤੇ ਜਿਹੜਾ ਉਹ ਬੇਈਮਾਨ ਬੰਦਾ ਹੈ, ਸ਼ਾਹੂਕਾਰ ਜਿਹੜਾ ਹੈਗਾ, ਉਹ ਜਿਹੜਾ ਛਾਤਰ ਹੈਗਾ, ਉਹ ਮਤਲਬ ਕਿ ਉਹ ਜਿੱਤ ਜਾਏਗਾ। ਠੀਕ ਹੈ। ਕਹਿੰਦੇ ਥਿੰਕ ਆਫ ਦੀ ਕੌਨਸੀਕੁਐਂਸਿਸ ਇਫ ਸ਼ੀ ਚੂਜ਼ਿਸ ਦੀ ਅਬਵ ਲੌਜੀਕਲ ਆਨਸਰ। ਦੇ ਜੇ ਇਹਨੇ ਉੱਪਰ ਲਿਆ ਲੌਜੀਕਲ ਆਨਸਰ ਤਿੰਨ ਜਿਹੜੇ ਹੈਗੇ ਨੇ, ਜਿਹੜੇ ਦਲੀਲ ਦੇ ਆਧਾਰ ਤੇ ਨੇ, ਜੇ ਇਹਨਾਂ ਨੂੰ ਮੰਨਿਆ ਤੇ ਤੁਸੀਂ ਸੋਚੋ ਕਿ ਇਹਦੇ ਕੀ ਸਿੱਟੇ ਨਿਕਲਣਗੇ। ਕਹਿੰਦੇ ਵਟ ਵੁੱਡ ਯੂ ਰਿਕਮੈਂਡ ਦੀ ਗਰਲ ਟੂ ਡੂ। ਰਿਕਮੈਂਡ ਹੁੰਦਾ ਸਲਾਹ ਦੇਣੀ। ਕਹਿੰਦੇ ਤੁਸੀਂ ਉਸ ਕੁੜੀ ਨੂੰ ਕੀ ਕਰਨ ਦੀ ਸਲਾਹ ਦੇਵੋਗੇ। ਦਿਸ ਇਜ਼ ਵਟ ਦੀ ਗਰਲ ਐਕਚੁਅਲੀ ਡਿਡ। ਹੁਣ ਅੱਗੇ ਕਹਾਣੀ ਦਾ ਇਹਦਾ ਸੋਲੂਸ਼ਨ ਹੈਗਾ। ਕਹਿੰਦੇ ਅਸਲ ਵਿੱਚ ਕੁੜੀ ਨੇ ਇਵੇਂ ਕੀਤਾ। ਕੀ ਕੀਤਾ ਕੁੜੀ ਨੇ? ਦੀ ਗਰਲ ਪੁੱਟ ਹਰ ਹੈਂਡ ਇਨਟੂ ਦੀ ਮਨੀ ਬੈਗ। ਜਿਹੜੀ ਕੁੜੀ ਸੀਗੀ ਉਹਨੇ ਆਪਣਾ ਜਿਹੜਾ ਹੱਥ ਸੀਗਾ ਇਹ ਉਸ ਝੋਲੇ ਵਾਲੇ ਬੈਗ 'ਚ ਪਾਇਆ, ਐਂਡ ਡਰੀਵ ਆਊਟ ਅ ਪੈਬਲ, ਤੇ ਇੱਕ ਰੋੜਾ ਕੱਢਿਆ। ਕਹਿੰਦੇ ਵਿਦਾਊਟ ਲੁਕਿੰਗ ਐਟ ਇਟ, ਤੇ ਉਹਦੇ ਵੱਲ ਦੇਖੇ ਬਿਨਾਂ ਸ਼ੀ ਫੰਬਲ ਹੁੰਦਾ ਵਿੱਚ ਹੱਥ ਪੈਰ ਮਾਰਨੇ, ਵੀ ਜਿੱਦਾਂ ਨਾ ਬੰਦਾ ਲੱਭਦਾ ਹੁੰਦਾ ਕੋਈ ਚੀਜ਼, ਉਹਨੇ ਹੱਥ ਪੈਰ ਇੱਦਾਂ ਮਾਰੇ, ਹੱਥੋਂ ਤੇ ਇੱਦਾਂ ਉਂਗਲਾਂ ਹਿਲਾ ਰਹੀਆਂ, ਐਂਡ ਲੈਟ ਇਟ ਫਾਲ ਇਨਟੂ ਦੀ ਪੈਬਲ ਸਟਿਊਨ ਪਾਥ, ਤੇ ਉਹਨੇ ਹੱਥ ਉੱਤੇ ਇੱਦਾਂ ਮਾਰੇ ਕਿ ਜਿੱਦਾਂ ਉਹਦੇ ਹੱਥ 'ਚੋਂ ਲੁੜਕ ਕੇ ਜਿਹੜਾ ਰੋੜਾ ਸੀਗਾ ਉਹ ਜਿਹੜੀ ਜਿਹਤੇ ਖੜੇ ਸੀਗੇ, ਜਿਹੜਾ ਰਾਹ ਰੋੜਿਆਂ ਨਾਲ ਖਿਲਰਿਆ ਹੋਇਆ ਸੀਗਾ ਉਹਦੇ ਤੇ ਡਿੱਗ ਗਿਆ।
where it immediately became lost among all the other pebbles। ਜਿੱਥੇ ਉਹ ਰੋੜਾ ਪਤਾ ਨਹੀਂ ਕਿੱਥੇ ਗਿਆ ਤੇ ਦੂਜੇ ਰੋੜਿਆਂ 'ਚ ਰਲ ਮਿਲ ਗਿਆ, ਪਤਾ ਨਹੀਂ ਲੱਗਿਆ ਵੀ ਕਿਹੜਾ ਰੋੜਾ ਥੱਲੇ ਡਿੱਗਿਆ ਸੀਗਾ। ਫਿਰ ਉਹਨੇ ਇਦਾਂ ਕਿਹਾ, ਉਹਨੇ ਐਕਟਿੰਗ ਕੀਤੀ ਕੁੜੀ ਨੇ, ਓਹ ਆਏ ਹਾਏ, ਹਾਊ ਕਲਮਜ਼ੀ ਆਫ ਮੀ। ਕਲਮਜ਼ੀ ਹੁੰਦਾ ਬੱਚਿਓ ਕੁਚੱਜਾ ਜਾਂ ਅਨਾੜੀ। ਹਾਏ ਹਾਏ, ਇਦਾਂ ਉਹਨੇ ਕਿਹਾ, ਓਹ ਹਾਊ ਕਲਮਜ਼ੀ ਆਫ ਮੀ, ਹਾਏ ਮੈਂ ਕਿੰਨੀ ਅਨਾੜੀ ਹਾਂ, ਮੈਂ ਕਿੰਨੀ ਕੁਚੱਜੀ ਹਾਂ। ਉਹਨੇ ਜਾਣ ਕੇ ਤਾਂ ਐਕਟਿੰਗ ਕੀਤੀ, ਮਤਲਬ ਕਿ ਇਦਾਂ ਕੀਤਾ ਵੀ ਉਹਦੇ ਕੋਲ ਰੋੜਾ ਚੱਕ ਵੀ ਨਹੀਂ ਹੋਇਆ, ਰੋੜਾ ਉਹ 'ਚੋਂ ਡਿੱਗ ਗਿਆ ਹੱਥ 'ਚੋਂ, ਤੇ ਉਹ ਜਿਹੜੇ ਥੱਲੇ ਰੋੜੇ ਡਿੱਗੇ ਸੀ ਉਹਨਾਂ 'ਚ ਰਲ ਗਿਆ। ਕਹਿੰਦੀ ਮੈਂ ਕਿੰਨੀ ਅਨਾੜੀ ਹਾਂ, ਮੈਂ ਕਿੰਨੀ ਕੁਚੱਜੀ ਹਾਂ, ਸ਼ੀ ਸੈਡ, ਉਹਨੇ ਕਿਹਾ। ਬਟ ਨੈਵਰ ਮਾਈਂਡ, ਕਹਿੰਦੇ ਕੋਈ ਗੱਲ ਨਹੀਂ, ਬਟ ਨੈਵਰ ਮਾਈਂਡ, ਕੋਈ ਗੱਲ ਨਹੀਂ। ਇਫ ਯੂ ਲੁੱਕ ਇਨਟੂ ਦੀ ਬੈਗ ਫॉर ਦੀ ਵਨ ਦੈਟ ਇਜ਼ ਲੈਫਟ, ਜੇ ਤੁਸੀਂ ਝੋਲੇ ਵਿੱਚ ਉਸ ਇੱਕ ਰੋੜੇ ਲਈ ਦੇਖੋਗੇ ਜਿਹੜਾ ਇੱਕ ਬਚ ਗਿਆ ਹੈ, ਯੂ ਵਿਲ ਬੀ ਏਬਲ ਟੂ ਟੈਲ, ਤੁਸੀਂ ਇਹ ਦੱਸਣ ਲਈ ਸਮਰੱਥ ਹੋ ਜਾਓਗੇ, ਵਿਚ ਪੈਬਲ ਆਈ ਪਿਕਡ, ਕਿ ਮੈਂ ਕਿਹੜਾ ਰੋੜਾ ਚੁੱਕਿਆ ਸੀਗਾ। ਕਿਉਂਕਿ ਜੇ ਇੱਕ ਚਿੱਟਾ ਸੀ ਤੇ ਕਾਲਾ ਸੀ, ਤੇ ਹੁਣ ਜੇ ਝੋਲੇ 'ਚ ਕਾਲਾ ਹੈ ਤੇ ਇਹਦਾ ਜਿਹੜਾ ਮੇਰੇ ਹੱਥੋਂ ਡਿੱਗਿਆ ਉਹ ਚਿੱਟਾ ਹੈਗਾ। ਤੇ ਚਿੱਟੇ ਦਾ ਮਤਲਬ ਕੀ ਹੈ ਬੱਚਿਓ, ਉਹਨੂੰ ਉਹਨਾਂ ਵਿਆਹ ਕਰਾਉਣ ਦੀ ਲੋੜ ਨਹੀਂ ਹੈਗੀ, ਤੇ ਨਾਲ ਉਹਦੇ ਪਿਓ ਦਾ ਕਰਜ਼ਾ ਵੀ ਮਾਫ ਹੋ ਜਾਏਗਾ। ਕਹਿੰਦੇ ਸਿੰਸ ਦੀ ਰਿਮੇਨਿੰਗ ਪੈਬਲ ਇਜ਼ ਬਲੈਕ, ਕਿਉਂਕਿ ਰਿਮੇਨਿੰਗ ਪੈਬਲ ਜਿਹੜਾ ਝੋਲੇ 'ਚ ਬਚਿਆ ਹੋਇਆ, ਕਿਉਂਕਿ ਝੋਲੇ 'ਚ ਬਚਿਆ ਹੋਇਆ ਜਿਹੜਾ ਰੋੜਾ ਹੈ ਉਹ ਕਾਲਾ ਹੈ, ਇਟ ਮਸਟ ਬੀ ਅਜ਼ਿਊਮਡ, ਤੇ ਕਹਿੰਦੇ ਫਿਰ ਇਹ ਮੰਨਣਾ ਪਏਗਾ that she had picked the white one, ਕਿ ਉਹਨੇ ਫਿਰ ਜਿਹੜਾ ਰੋੜਾ ਚੱਕਿਆ ਸੀ ਤੇ ਉਹਦੇ ਹੱਥੋਂ ਡਿੱਗਿਆ ਸੀ ਉਹ ਚਿੱਟਾ ਹੋਣਾ ਚਾਹੀਦਾ। ਐਂਡ ਸਿੰਸ ਦੀ ਮਨੀ ਲੈਂਡਰ dared not admit his dishonesty, dishonesty ਉਹਨੇ ਬੇਈਮਾਨੀ, dared not ਮੈਨੇ ਹਿੰਮਤ ਨਹੀਂ ਸੀ, admit ਮੈਨੇ ਕਬੂਲ ਕਰਨ ਦੀ, ਤੇ ਕਿਉਂਕਿ ਜਿਹੜਾ ਮਨੀ ਲੈਂਡਰ ਸੀ, ਸ਼ਾਹੂਕਾਰ ਸੀ, ਉਹ ਇੰਨੀ ਹਿੰਮਤ ਨਹੀਂ ਕਰ ਸਕਦਾ ਸੀ ਕਿ ਆਪਣੀ ਇਸ ਬੇਈਮਾਨੀ ਨੂੰ ਕਬੂਲ ਕਰਦਾ, ਤੇ ਆਪਣੇ ਮੂੰਹੋਂ ਕਹਿੰਦਾ ਕਿ ਮੈਂ ਦੋਨੋਂ ਰੋੜੇ ਜਿਹੜੇ ਝੋਲੇ ਪਾਏ ਸੀ ਉਹ ਕਾਲੇ ਸੀਗੇ। The girl changed what seemed an impossible situation, ਉਹ ਜਿਹੜੀ ਕੁੜੀ ਸੀਗੀ ਉਹਨੇ ਇਸ literal thinking ਦੇ ਨਾਲ, out of the box thinking ਦੇ ਨਾਲ, ਉਹਨੇ ਉਸ ਹਾਲਾਤ ਨੂੰ ਜਿਹੜਾ ਕਿ impossible ਸੀ, ਜੇ ਚੋਂ ਨਿਕਲਣਾ ਸੰਭਵ ਨਹੀਂ ਸੀਗਾ, impossible ਮੈਨੇ ਜੇ ਚੋਂ ਨਿਕਲਣਾ ਸੰਭਵ ਨਹੀਂ ਸੀਗਾ, ਉਸਨੇ ਅਸੰਭਵ ਹਾਲਾਤ ਨੂੰ into an extremely, ਅਤ ਦੀ ਐਡਵਾਂਟੇਜ ਨੂੰ ਲਾਹੇਵੰਦ ਸਿਚੁਏਸ਼ਨ ਵਿੱਚ ਕਨਵਰਟ ਕਰ ਲਿਆ। ਉਸਨੇ ਉਹ ਜਿਹੜੀ ਗੁੰਝਲਦਾਰ ਸਮੱਸਿਆ ਸੀਗੀ ਉਹਨੂੰ ਆਪਣੇ ਹਿੱਤ ਵਿੱਚ ਭੁਗਤਾ ਲਿਆ। ਉਹਨੇ ਪੈਂਤੜਾ ਐਸਾ ਬਦਲ ਦਿੱਤਾ, ਉਹਨੇ ਨੈਲੇ ਤੇ ਐਸਾ ਦਹਿਲਾ ਮਾਰਿਆ। ਅੱਗੇ ਕਹਿੰਦੇ what does this story teach us, ਇਹ ਸਟੋਰੀ ਸਾਨੂੰ, ਇਹ ਕਹਾਣੀ ਸਾਨੂੰ ਕੀ ਸਿਖਾਉਂਦੀ ਹੈ। it is that the most complex problems do have a solution, ਕਹਿੰਦੇ ਉਹ ਇਹ ਸਿਖਾਉਂਦੀ ਹੈ ਕਿ ਅੱਤ ਦੀਆਂ ਗੁੰਝਲਦਾਰ ਸਮੱਸਿਆਵਾਂ ਦਾ ਵੀ ਹੱਲ ਹੁੰਦਾ ਹੈ। ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਘਬਰਾਉਣਾ ਨਹੀਂ ਚਾਹੀਦਾ, ਤੇ ਬੰਦੇ ਨੂੰ ਡਰਨਾ ਨਹੀਂ ਚਾਹੀਦਾ, ਚਿੰਤਤ ਨਹੀਂ ਹੋਣਾ ਚਾਹੀਦਾ, ਘਬਰਾਉਣਾ ਨਹੀਂ ਚਾਹੀਦਾ, ਤੇ ਆਪਣਾ ਜਿੱਦਾਂ ਸਿਮਰਨ ਕਰਕੇ, ਵਾਹਿਗੁਰੂ ਅੱਗੇ ਅਰਦਾਸ ਕਰਕੇ ਠੰਡੇ ਸੁਭਾਅ ਨਾਲ ਜੇ ਸੋਚੋ ਤੇ ਆਪੇ ਹੱਲ ਨਿਕਲ ਆਉਂਦਾ। ਜਿਹੜੇ ਅਸੀਂ ਅਰਦਾਸ ਵੀ ਕਰਦੇ ਹਾਂ ਬੱਚਿਓ, ਅਰਦਾਸ ਕਰਨ ਦਾ ਮਤਲਬ ਇਹ ਹੁੰਦਾ ਸਾਨੂੰ ਇੱਕ ਭਰੋਸਾ ਆ ਜਾਂਦਾ, ਸਾਨੂੰ ਇੱਕ ਹੌਸਲਾ ਹੋ ਜਾਂਦਾ, ਤੇ ਮਨ ਦੇ ਵਿੱਚ ਜਿਹੜੀ ਚਿੰਤਾ, ਡਰ, ਹੋਰ ਭਾਵ ਹੁੰਦੇ ਨੇ ਉਹ ਖਿੰਡ-ਪਿੰਡ ਹੋ ਜਾਂਦੇ ਨੇ, ਤੇ ਸਾਡਾ ਦਿਮਾਗ ਸਪਸ਼ਟ ਤੌਰ ਤੇ ਕੰਮ ਕਰਨ ਲੱਗ ਜਾਂਦਾ। ਅਕਾਲ ਪੁਰਖ ਦੀ ਕਿਰਪਾ ਤੇ ਹੁੰਦੀ ਹੈ, ਤੇ ਵੱਡੀ ਗੱਲ ਹੈ ਸਾਡੇ ਅੰਦਰ ਵੀ ਅਕਾਲ ਪੁਰਖ ਦਾ ਹੀ ਅੰਸ਼ ਹੈਗਾ। ਸੋ ਜਦੋਂ ਇਹਦੇ ਵਿੱਚੋਂ ਚਿੰਤਾ, ਡਰ, ਫਿਕਰ ਇਦਾਂ ਦੀ ਗੱਲ ਨਿਕਲ ਜਾਂਦੀ ਹੈ ਤੇ ਅਸੀਂ ਸਾਫ਼ ਢੰਗ ਦੇ ਨਾਲ ਸੋਚਣਾ ਸ਼ੁਰੂ ਕਰ ਦਿੰਦੇ ਹਾਂ। ਸੋ ਡੂ ਹੈਵ ਅ ਸੋਲੂਸ਼ਨ, ਇਟ ਇਜ਼ ਓਨਲੀ ਦੈਟ ਵੀ ਡੋਂਟ ਅਟੈਂਪਟ ਟੂ ਥਿੰਕ ਇਨ ਦੈਟ ਡਾਇਰੈਕਸ਼ਨ, ਕਹਿੰਦੇ ਗੱਲ ਸਿਰਫ ਇੰਨੀ ਹੈ ਕਿ ਅਸੀਂ ਕਦੀ ਵੀ ਉਸ ਦਿਸ਼ਾ ਵਿੱਚ ਸੋਚਣ ਦਾ ਯਤਨ ਨਹੀਂ ਕਰਦੇ। ਅਸੀਂ ਕਾਹਲੇ ਪੈ ਜਾਂਦੇ ਹਾਂ, ਘਬਰਾ ਜਾਂਦੇ ਹਾਂ, ਗੁੱਸੇ ਵਿੱਚ ਆ ਜਾਂਦੇ ਹਾਂ। ਕਹਿੰਦੇ ਇਟ ਟੀਚਿਜ਼ ਅਸ ਟੂ ਥਿੰਕ, ਕਹਿੰਦੇ ਇਹ ਸਾਨੂੰ ਇਹ ਸੋਚਣ ਲਈ ਸਿਖਾਉਂਦੀ ਹੈ। ਇਹ ਟੀਚਿਜ਼ ਸਾਨੂੰ ਸਿਖਾਉਂਦੀ ਹੈ ਟੂ ਥਿੰਕ ਆਊਟ ਆਫ ਦੀ ਬਾਕਸ, ਕਿ ਡੱਬੇ ਤੋਂ ਬਾਹਰ ਹੋ ਕੇ ਸੋਚੋ। ਅਰਥਾਤ ਜੋ ਕੁਝ ਤੁਸੀਂ ਸਿੱਖਿਆ ਹੈ ਕੱਲਾ ਉਹਦੇ ਘੇਰੇ ਵਿੱਚ ਨਾ ਸੋਚੋ, ਉਹ ਤੋਂ ਹਟ ਕੇ ਵੀ ਸੋਚੋ। ਔਰ ਥਿੰਕ ਲਿਟਰਲੀ, ਜਾਂ ਲੀ ਤੋਂ ਲੱਥ ਕੇ ਸੋਚੋ। ਅਰਥਾਤ ਜਿਹੜੀ ਲੀਕ 'ਚ ਦੁਨੀਆ ਚੱਲਦੀ ਆਈ ਹੈ, ਜਿਹੜੇ ਸੋਲੂਸ਼ਨ ਪੋਸੀਬਲ ਨੇ, ਜਾਂ ਸਪਸ਼ਟ ਤੌਰ ਤੇ ਜਿਹੜੇ ਹੱਲ ਨਜ਼ਰ ਆਉਂਦੇ ਨੇ, ਇਹ ਵੀ ਸੋਚੋ ਕਿ ਇਹਦਾ ਜੇ 3 ਸੰਭਾਵਨਾਵਾਂ ਨੇ ਤੇ ਚੌਥੀ ਸੰਭਾਵਨਾ ਹੋਰ ਕਿਹੜੀ ਹੋ ਸਕਦੀ ਹੈ। ਫਿਰ ਕਹਿੰਦੇ, ਉਹ ਫਿਰ ਰਾਈਟਰ ਸਮਝਾ ਰਿਹਾ, ਕਹਿੰਦੇ ਵਟ ਇਜ਼ ਲੇਟਰਲ ਥਿੰਕਿੰਗ, ਇਹ ਲੀ ਤੋਂ ਹਟ ਕੇ, ਇੱਕ ਪਾਸੇ ਤੋਂ ਹਟ ਕੇ ਸੋਚਣਾ ਕੀ ਹੈ। ਲੇਟਰਲ ਥਿੰਕਿੰਗ ਇਜ਼ ਕ੍ਰੀਏਟਿਵ, ਇਹ ਰਚਨਾਤਮਕ ਹੈ। ਜਿਵੇਂ ਇੱਕ ਕਵੀ ਕੋਈ ਕਵਿਤਾ ਰਚਦਾ ਹੈ, ਕੋਈ ਚਿੱਤਰਕਾਰ ਕੋਈ ਚਿੱਤਰ ਉਲੀਕਦਾ ਹੈ, ਕੋਈ ਨਾਟਕਕਾਰ ਕੋਈ ਨਾਟਕ ਲਿਖਦਾ ਹੈ, ਕੋਈ ਮੂਰਤੀਕਾੜਾ ਕੋਈ ਨਵੀਂ ਮੂਰਤੀ ਬਣਾਉਂਦਾ ਹੈ। ਅਰਥਾਤ ਜਿਹੜੀ ਚੀਜ਼ ਕੁਛ ਵੀ ਨਹੀਂ ਹੈਗੀ, ਸਿਚੁਏਸ਼ਨ 'ਚ ਕੁਛ ਹੈ ਨਹੀਂ, ਉਹ 'ਚੋਂ ਕੋਈ ਨਵੀਂ ਚੀਜ਼ ਪੈਦਾ ਕਰਨੀ। ਕਹਿੰਦੇ ਲੇਟਰਲ ਥਿੰਕਿੰਗ ਇਜ਼ ਕ੍ਰੀਏਟਿਵ ਔਰ ਨॉन ਲੀਨੀਅਰ। ਨॉन ਲੀਨੀਅਰ ਦਾ ਮਤਲਬ ਹੁੰਦਾ ਲੇਟਰਲੀ ਵਿੱਚ, ਲੀਨੀਅਰ ਮੈਨੇ ਹੁੰਦਾ ਜੋ ਇੱਕ ਲੀਕ ਤੇ ਤੁਰਨ ਵਾਲਾ, ਨॉन ਲੀਨੀਅਰ ਮੈਨੇ ਇੱਕ ਲੀਕ ਤੇ ਤੁਰਨ ਵਾਲੀ ਨਹੀਂ ਹੈਗੀ, ਉਹ ਤੋਂ ਹਟ ਕੇ ਹੈਗੀ ਹੈ ਥਿੰਕਿੰਗ। ਇਟ ਇਜ਼ ਥਿੰਕਿੰਗ ਡਿਫਰੈਂਟਲੀ,
ਇਹ ਵੱਖਰੇ ਢੰਗ ਨਾਲ ਸੋਚਣ ਦਾ ਤਰੀਕਾ ਹੈ, ਔਰ ਡੂਇੰਗ ਸਮਥਿੰਗ ਡਿਫਰੈਂਟ ਜਾਂ ਫਿਰ ਕੁਝ ਵੱਖਰੀ ਚੀਜ਼ ਕਰਨ ਦਾ ਇਹ ਢੰਗ ਹੈ। ਡੂਇੰਗ ਸਮਥਿੰਗ ਦੈਟ ਮਾਈਟ ਬੀ ਕੁਆਇਟ ਨੋਵਲ ਐਂਡ ਅਨਕਨਵੈਨਸ਼ਨਲ ਇਨ ਨੇਚਰ। ਕਹਿੰਦੇ ਇਹਦਾ ਮਤਲਬ ਹੈ ਕੁਝ ਐਸਾ ਕਰਨਾ ਜੋ ਕਿ ਬਹੁਤ ਨਿਵੇਕਲਾ ਹੋਵੇ। ਕੁਆਇਟ ਨੋਵਲ, ਨੋਵਲ ਮਾने ਨਿਵੇਕਲਾ, ਜਿਹੜਾ ਪਹਿਲੇ ਕਦੀ ਕਿਸੇ ਨੇ ਸੋਚਿਆ ਨਹੀਂ, ਪਹਿਲਾਂ ਕਦੀ ਕਿਸੇ ਨੇ ਕੀਤਾ ਨਹੀਂ, ਬਿਲਕੁਲ ਨਵੇਕਲੀ ਗੱਲ ਹੋਵੇ। ਐਂਡ ਅਨਕਨਵੈਨਸ਼ਨਲ ਇਨ ਨੇਚਰ, ਕਨਵੈਨਸ਼ਨਲ ਹੁੰਦੀ ਹੈ ਰਵਾਇਤੀ, ਟ੍ਰੈਡੀਸ਼ਨਲ। ਅਨਕਨਵੈਨਸ਼ਨਲ ਮਾने ਜੋ ਪਹਿਲਾਂ ਹੁੰਦਾ ਹੈ ਉਹ ਤੋਂ ਬਿਲਕੁਲ ਹਟ ਕੇ, ਅਨਕਨਵੈਨਸ਼ਨਲ ਰਿਵਾਇਤ ਦੇ ਉਲਟ ਹੋਵੇ। ਅਕੋਰਡਿੰਗ ਟੂ ਐਡਵਰਡ ਡੀ ਬੋਨੋ ਜੋ ਇਸ ਚੀਜ਼ ਦਾ ਜਿਹਨੇ ਆਈਡੀਆ ਨੂੰ ਅੱਗੇ ਤੋਰਿਆ, ਹੂ ਪ੍ਰੋਪੇਗੇਟਡ ਦਿਸ ਨੋਸ਼ਨ, ਪ੍ਰੋਪੇਗੇਟ ਹੁੰਦਾ ਪ੍ਰਚਾਰ ਕਰਨਾ, ਨੋਸ਼ਨ ਮਾने ਵਿਚਾਰ। ਇਸ ਲੇਟਰਲ ਥਿੰਕਿੰਗ ਦੇ ਵਿਚਾਰ ਦਾ ਜਿਹਨੇ ਪ੍ਰਚਾਰ ਕੀਤਾ, ਉਹ ਇਹ ਕਹਿੰਦਾ ਹੈ ਉਹਦੇ ਅਕੋਰਡਿੰਗ ਟੂ, ਉਹਦੇ ਮੁਤਾਬਕ, ਇੰਟੈਲੀਜੈਂਸ ਇਜ਼ ਅ ਪੋਟੈਂਸ਼ੀਅਲ। ਇੰਟੈਲੀਜੈਂਸ ਮਾने ਦਿਮਾਗ, ਬੁੱਧੀ। पोटेंशियल माने ताकत, समर्थ, मतलब की समर्था हैगी है। कहते इंटैलीजेंस एक ऐसी ताकत है दैट ऑल ऑफ अस हैव, जो साडे सारे कोल है। एंड थिंकिंग इज अ स्किल टू यूज दैट पोटेंशियल वैल। ते जिहड़ा विचार है, थिंकिंग विचार जिहड़ी है, वो इस ताकत नूं चंगी तरह वरतन दी एक कला है, स्किल है। इट चैनल्स अवर इंटैलीजेंस एप्रोप्रिएटली। जिहड़ी विचार शक्ति है, यह साडी बुद्धि नूं एक सही पासे बड़े सुचज्जे ढंग नाल तोड़दी है। चैनल्स एप्रोप्रिएटली माने सुचज्जे ढंग दे नाल तोड़दी। चैनल्स माने उहनूं तरतीब विच लैके आंदी है, अर्थात उस तो वध तो वध लाह लैंदी है। वन मे बी अ गुड थिंकर विदाउट बीइंग एन इंटैलेक्चुअल। कहने जरूरी नहीं कि जिहड़ा बुद्धिजीवी है वही विचारवान हो सकता है। एक बंदा हो सकता है जो बुद्धिमान ना होवे या बहुत ज़्यादा बुद्धिजीवी ना होवे, पढ़िया लिखिया ना होवे, पर वो गुड थिंकर, चंगा विचारवान हो सकता है। एंड वाइस वर्सा, तो उल्ट भी हो सकता है। बंदा बड़ा विचारवान होवे पर ज़्यादा पढ़िया लिखिया ना होवे, या पढ़िया लिखिया होवे तो विचारवान ना होवे। हेयर इज अनदर स्टोरी। इत्थे कहंदे एक होर स्टोरी है, एक होर कहानी है, दैट इलुस्ट्रेट्स द यूज ऑफ लेटरल थिंकिंग, जिहड़ी कि इस लीहों हट के, एक पासे तो हट के सोचण दा जिहड़ी वरतों है ਉਹਦਾ इलुस्ट्रेट करदी, ਉਹਦਾ उदाहरण पेश करदी, ਉਹਦੀ मिसाल पेश करदी है। ਉਹ ਗੱਲ ਬੱਚਿਓ ਅਸੀਂ ਹੁਣ ਅਗਲੀ किश्त विच करांगे, तो उस किश्त दे नाल साडा इस लैसन की रीडिंग एंड एक्सप्लेनेशन जिहड़ी है वो समाप्त हो जाएगी। सो प्यारे विद्यार्थियों, ऐसी तुहाडे इस लैसन की पहली किश्त रीडिंग एक्सप्लेनेशन, तो तुसीं इसी तरह नेम नाल, उत्साह नाल, अनुशासन नाल अपनी पढ़ाई करी चलो। तो अगले वीडियो तक लई गुड बाय। तुहाडा सारिआं दा बहुत बहुत धन्नवाद। रब राखा। थैंक यू वेरी मच।